ਬੀਤੇ ਦਿਨੀ ਦਸ਼ਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਿਖੇ ਗੈਰ ਸਰਕਾਰੀ ਸੰਸਥਾ A4C ਦਸੂਹਾ ਦੇ ਸਹਿਯੋਗ ਨਾਲ 21ਵੀਂ ਸਦੀ ਵਿੱਚ ਨਾਰੀ ਸਸ਼ਕਤੀਕਰਨ ਇੱਕ ਸ਼ੁਰੂਆਤ ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ IAS ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਆਏ ਮਹਿਮਾਨਾਂ ਦਾ ਕਾਲਜ ਵੱਲੋਂ ਗੁਲਦਸਤਿਆਂ ਦੇ ਨਾਲ ਸਵਾਗਤ ਕੀਤਾ ਗਿਆ। ਵੂਮਨ ਇੰਪਾਵਰਮੈਂਟ ਜਿਹੜੀ ਹੈ ਇਸ ਦੀ ਅਸੀਂ ਗੱਲ ਕਰਦੇ ਪਏ। ਆਉਣ ਵਾਲੇ ਸਮੇਂ ਵਿੱਚ ਲੜਕੀਆਂ ਨੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਮੱਲਾਂ ਮਾਰਨੀਆਂ ਨੇ ਔਰ ਉਹਨਾਂ ਨੇ ਬੜੀਆਂ ਉਚਾਈਆਂ 'ਤੇ ਜਾਣਾ। ਜਦੋਂ ਵੀ ਔਰਤਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਆਪਣੇ ਆਪ ਨੂੰ ਸਾਬਿਤ ਕੀਤਾ। ਮੈਂ ਕਿਤੇ ਪੜ੍ਹਦਾ ਪਿਆ ਸੀਗਾ ਕਿ TN ਸੇਸ਼ਨ ਭਾਰਤ ਦੇ ਚੀਫ ਇਲੈਕਸ਼ਨ ਕਮਿਸ਼ਨਰ ਹੋਏ ਔਰ ਉਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਨਾ ਇੱਕ ਬਿਆਨ ਦਿੱਤਾ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਸੈਕਸ਼ਨਸ ਆ ਜਿਹੜੇ ਪਿਛੜੇ ਹੋਏ ਆ ਅਤੇ ਸਭ ਤੋਂ ਜ਼ਿਆਦਾ ਪਿਛੜਿਆ ਹੋਇਆ ਸੈਕਸ਼ਨ ਅਗਰ ਕੋਈ ਹੈਗਾ ਤਾਂ ਉਹ ਕਹਿੰਦੇ ਭਾਰਤ ਦੀ ਔਰਤ ਆ। ਕਿ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਰਾਈਟ ਟੂ ਵੋਟ ਜਾਂ ਪੋਲੀਟੀਕਲ ਰਾਈਟਸ ਔਰਤ ਨੂੰ ਮਿਲੇ ਆ, ਲੇਕਿਨ ਔਰਤਾਂ ਕੀ ਕਰਦੀਆਂ ਕਿ ਇਹਨਾਂ ਅਧਿਕਾਰਾਂ ਦਾ ਖੁਦ ਪ੍ਰਯੋਗ ਨਹੀਂ ਕਰਦੀਆਂ, ਜਸਟ ਡਬਲਿੰਗ ਦਾ ਵੋਟਸ ਆਫ ਦੇਅਰ ਮੇਲ ਕਾਊਂਟਰਪਾਰਟਸ। ਕਿ ਆਦਮੀਆਂ ਦੀਆਂ ਵੋਟਾਂ ਨੂੰ ਹੀ ਸਿਰਫ ਡਬਲ ਕਰ ਦਿੰਦੇ, ਕਿਉਂਕਿ ਜੇ ਉਹ ਅਨਮੈਰਿਡ ਹੁੰਦੀ ਹੈ ਤਾਂ ਮੰਮੀ ਪਾਪਾ ਨੂੰ ਪੁੱਛਦੀ, ਪਾਪਾ ਨੂੰ ਪੁੱਛਦੀ ਕਿ ਇਹਨੂੰ ਵੋਟ ਪਾ ਕੇ ਆਵਾਂ, ਜਾਂ ਪਾਪਾ ਕਹਿੰਦੇ ਫਲਾਨੀ ਪਾਰਟੀ ਨੂੰ ਵੋਟ ਪਾਏ। ਜੇ ਉਹ ਮੈਰਿਜ ਹੋਏ ਤਾਂ ਹਸਬੈਂਡ ਕਹਿੰਦਾ ਕਿ ਫਲਾਨੀ ਪਾਰਟੀ ਨੂੰ ਵੋਟ ਪਾਏ। ਸੋ ਕਿਤੇ ਨਾ ਕਿਤੇ ਸ਼ੁਰੂਆਤ ਹੈਗੀ ਹੈ, ਹਜੇ ਤੱਕ ਜਰਨੀ ਜਿਹੜੀ ਹੈ ਬਹੁਤ ਲੰਬੀ ਹੈ ਜਿਹਨੂੰ ਅਸੀਂ ਤੈਅ ਕਰਨਾ ਹੈ। ਕੀ ਕਹਿਣ ਦਾ ਮਤਲਬ ਹੁੰਦਾ, ਜੇ ਸੁਪਨੇ ਪੂਰੇ ਕਰਨੇ ਤਾਂ ਕੁਛ ਨਾ ਕੁਛ ਬਣਨਾ ਪੈਂਦਾ ਹੈ, ਠੀਕ ਹੈ। ਸੋ ਇਸ ਕਰਕੇ ਮੈਡਮ ਇੱਕ ਰੋਲ ਮਾਡਲ ਨੇ ਸਾਡੇ ਸਾਹਮਣੇ ਔਰ ਜ਼ਿੰਦਗੀ ਦੇ ਵਿੱਚ ਬਹੁਤ ਉੱਚੀਆਂ ਮੁਕਾਮ 'ਤੇ ਕੋਈ ਵੀ ਬੰਦਾ ਪਹੁੰਚ ਸਕਦਾ। ਸੋ ਇਹਨਾਂ ਲੜਕੀਆਂ ਲਈ ਇਹ ਪ੍ਰੇਰਨਾ ਸਰੋਤ ਨੇ ਔਰ ਮੈਂ ਚਾਹੂੰਗਾ ਕਿ ਅੱਜ ਦਾ ਜਿਹੜਾ ਸੈਮੀਨਾਰ ਦਾ ਸਾਡਾ ਟੌਪਿਕ ਹੈ ਕਿ ਇਹ ਜਸਟ ਬਿਗਿਨ ਹੈ, ਸ਼ੁਰੂਆਤ ਆ ਔਰ ਲੜਕੀਆਂ ਨੇ ਹਜੇ ਤੱਕ ਬਹੁਤ ਅੱਗੇ ਜਾਣਾ। ਮੁੱਖ ਵਕਤਾ ਦੇ ਤੌਰ ਤੇ ਸ਼ਾਮਿਲ ਡਾਕਟਰ ਨੀਰਜਾ ਢਿੰਗਰਾ, ਪ੍ਰਿੰਸੀਪਲ APJ ਕਾਲਜ ਆਫ ਫਾਈਨ ਆਰਟਸ ਜਲੰਧਰ ਨੇ ਵਿਦਿਆਰਥੀਆਂ ਨੂੰ ਆਪਣੀ ਅੰਦਰੂਨੀ ਪ੍ਰਤਿਭਾ ਪਹਿਚਾਨਣ ਤੇ ਜ਼ੋਰ ਦਿੱਤਾ। ਮੈਂ ਸਮਝਦੀ ਹਾਂ ਇਹ ਇੱਕ ਉਹ ਸਫ਼ਰ ਹੈ ਜਿਹੜਾ ਅੰਮ੍ਰਿਤਾ ਪ੍ਰੀਤਮ ਜਾਂ ਕਮਲਾ ਦਾਸ ਵਰਗਿਆਂ ਨੇ ਆਪਣੀ ਕਲਮ ਨਾਲ ਸ਼ੁਰੂ ਕੀਤਾ, ਜਾਂ ਫਿਰ ਸਰੋਜਨੀ ਨਾਇਡੂ, ਇੰਦਰਾ ਗਾਂਧੀ ਜਾਂ ਕਹਿ ਲਓ ਦ੍ਰੌਪਦੀ ਮੁਰਮੂ, ਉਹਨਾਂ ਨੇ ਆਪਣੇ ਮਜ਼ਬੂਤ ਇਰਾਦਿਆਂ ਨਾਲ ਇਹਨੂੰ ਅੱਗੇ ਚਲਾਇਆ, ਜਾਂ ਫਿਰ ਸੁਧਾ ਮੂਰਤੀ ਜਾਂ ਨਿਰਮਲਾ ਸੀਤਾਰਮਨ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਆਪਣੇ ਦਿਮਾਗੀ ਤਾਕਤ ਦੇ ਨਾਲ ਇਸ ਸਫ਼ਰ ਨੂੰ ਅੱਗੇ ਚਲਾ ਰਹੀਆਂ ਨੇ। ਸੋ ਇਹ ਸਫ਼ਰ ਦੀ ਸ਼ੁਰੂਆਤ ਹੈ ਔਰ ਸ਼ੁਰੂਆਤ ਹੀ ਆਪਣੇ ਆਪ 'ਚ ਬਹੁਤ ਖੂਬਸੂਰਤ ਹੈ, ਕਿਉਂਕਿ ਇਹ ਜਿਹੜਾ ਸਫ਼ਰ ਹੈ ਮੈਂ ਸਮਝਦੀ ਹਾਂ ਕਿ ਇਹ ਸਫ਼ਰ ਵੈਸੇ ਕਹਿਣ ਵਾਲੀ ਗੱਲ ਹੈ ਕਿ 21ਵੀਂ ਸਦੀ 'ਚ ਸ਼ੁਰੂ ਹੋਇਆ, ਪਰ ਔਰਤ ਦੀ ਹੋਂਦ ਤਾਂ ਮੈਂ ਸਮਝਦੀ ਹਾਂ ਕਿ ਮੁੱਢ ਤੋਂ ਹੀ ਬਹੁਤ ਹੀ ਸਸ਼ਕਤ ਹੈ। ਇੱਕ ਉਹ ਵਜੂਦ ਜਿਹੜੀ ਇੱਕ ਜ਼ਿੰਦਗੀ ਦੀ ਸਿਰਜਣਾ ਕਰਦੀ ਹੈ, ਜਿਹੜੀ ਇੱਕ ਅਗਲੀ ਹੋਂਦ ਨੂੰ ਸੰਸਾਰ ਵਿੱਚ ਲਿਆਉਂਦੀ ਹੈ, ਉਹ ਕਮਜ਼ੋਰ ਕਿਵੇਂ ਹੋ ਸਕਦੀ ਹੈ? ਉਹ ਤਾਂ ਬਹੁਤ ਹੀ ਸਸ਼ਕਤ ਹੈ। ਪਰ ਤਰਾਸਦੀ ਇਹ ਹੈ ਕਿ ਔਰਤ ਨੇ ਆਪਣੀ ਇਸੇ ਸ਼ਕਤੀ ਨੂੰ ਆਪਣੀ ਕਮਜ਼ੋਰੀ ਮੰਨ ਲਿਆ ਔਰ ਇਹਦੀ ਇਸੇ ਸ਼ਕਤੀ ਨੂੰ ਹੀ ਉਹਦੀ ਕਮਜ਼ੋਰੀ ਦਾ ਰੂਪ ਦੇ ਦਿੱਤਾ ਗਿਆ ਕਿ ਇਹ ਤਾਂ ਇੱਕ ਰਿਸ਼ਤੇ ਨਿਭਾਉਣ ਵਾਲੀ ਚੀਜ਼ ਹੈ ਕਿ ਮਾਂ ਦਾ ਰਿਸ਼ਤਾ, ਬੇਟੀ ਦਾ ਰਿਸ਼ਤਾ, ਭੈਣ ਦਾ ਰਿਸ਼ਤਾ ਜਿਹੜਾ ਹੈ ਇਹ ਉਹੀ ਨਿਭਾਉਣ ਜੋਗੀ ਹੈ। ਇਹ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਅੱਗੇ ਆਉਣਾ ਜਿਹੜਾ ਹੈ ਉਹ ਇਹਦਾ ਕੰਮ ਨਹੀਂ। ਸਦੀਆਂ ਤੋਂ ਇਹ ਚੱਲਦਾ ਆਇਆ ਕਿ ਔਰਤ ਨੂੰ ਜਿਹੜਾ ਹੈ ਇਹੀ ਕਿਹਾ ਗਿਆ ਕਿ ਉਹ ਘਰ ਦੇ ਕੰਮ ਜਾਂ ਹੋਰ ਜਿਹੜੇ ਇੱਦਾਂ ਦੇ ਉਹਨਾਂ ਦੇ ਡੇਲੀ ਰੂਟੀਨ ਹੈ ਜਿਹਦੇ 'ਤੇ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹਦਾ ਹੀ ਜੌਬ ਰੋਲ ਹੈ, ਉਸ ਤੋਂ ਉੱਪਰ ਕੁਝ ਨਹੀਂ। ਸੋ ਇਹ ਜਿਹੜੀ ਸ਼ੁਰੂਆਤ ਹੈ ਇਹ ਆਪਣੀ ਮਜ਼ਬੂਤ ਇਰਾਦਿਆਂ ਨਾਲ ਅਸੀਂ ਸ਼ੁਰੂ ਕਰਨੀ ਹੈ। ਧਰਤੀ ਹੈ, ਚਾਨਣ ਹੈ, ਮਹਿਕ ਹੈ। ਧਰਤੀ ਹੈ, ਚਾਨਣ ਹੈ, ਮਹਿਕ ਹੈ, ਸਾਹਾਂ ਦੀ ਡੋਰ ਬਣਦਾ ਆਕਾਸ਼ ਦੇ ਕੁੱਖ ਵਿੱਚ ਚੰਨ ਵਰਗਾ ਬੀਜ ਹੈ। ਕੁਦਰਤ ਦਾ ਕਰਿਸ਼ਮਾ, ਧੁੱਪ ਦਾ ਨਿੱਘ, ਸ਼ਕਤੀ ਦੀ ਮਿਸਾਲ, ਇਨਸਾਨੀ ਰੂਹਾਂ ਨੂੰ ਰਾਹੇ ਪਾਉਣ ਵਾਲੀ ਇਹ ਨਾਰੀ ਰੌਸ਼ਨੀ ਦਾ ਚਸ਼ਮਾ ਹੈ, ਤਹਿਜ਼ੀਬ ਹੈ। ਸੋ ਔਰਤ ਜਿਹੜੀ ਹੈ ਇੱਕ ਤਹਿਜ਼ੀਬ ਹੈ ਔਰ ਜੇ ਇਹ ਸਫ਼ਰ ਤੇ ਤੁਰੀ ਹੈ
ਤੇ ਸਫ਼ਰ ਨੂੰ ਜਾਰੀ ਰੱਖਣਾ ਵੀ ਇਹਦਾ ਹੀ ਕੰਮ ਹੋਵੇਗਾ। ਔਰ ਕਿਸੇ ਤੇ ਡਿਪੈਂਡੈਂਟ ਨਹੀਂ ਹੋਣਾ ਕਿ ਸਾਡੇ ਸਫ਼ਰ ਦੇ ਵਿੱਚ ਸਾਨੂੰ ਕੋਈ ਆ ਕੇ ਰਾਹ ਦਿਖਾਏਗਾ, ਸਾਨੂੰ ਕੋਈ ਆ ਕੇ ਟਾਰਚ ਮਾਰੇਗਾ ਤੇ ਅਸੀਂ ਆਪਣਾ ਰਸਤਾ ਢੂੰढना है। अपना रस्ता आप ढूंढो, एक नदी की तरह जिथों रस्ता मिलता है उथों अपने आप को कढो। साडे कदमां 'च रहे सफ़र तुरदा, साडे कदमां 'च रहे सफ़र तुरदा, इन्नी चाहत इन्नी बात है, मिलन दीआं मंजिलां इन्ना यकीन है सानू, ये सफ़र ही मंजिल की शुरुआत है, ये सफ़र ही मंजिल की शुरुआत है। थैंक यू। ਇਸ ਮੌਕੇ ਬੁਲਾਰਿਆਂ ਵਿੱਚ ਡਾਕਟਰ ਵਿਧੀ ਭੱਲਾ, ਪ੍ਰਿੰਸੀਪਲ ਡੀਏਵੀ ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ, ਸ਼੍ਰੀ ਨਵੀਨ ਅਗਰਵਾਲ, ਮੈਨੇਜਿੰਗ ਡਾਇਰੈਕਟਰ ਜਗਦੰਬੇ ਫਰਨਸਿਸ ਪ੍ਰਾਈਵੇਟ ਲਿਮਟਿਡ, ਪ੍ਰੋਫੈਸਰ ਡਾਕਟਰ ਵਰਸ਼ਾ ਮਹਿੰਦਰਾ, ਪ੍ਰੋਫੈਸਰ ਡਾਕਟਰ ਕੁਲਵੰਤ ਰਾਣਾ, ਐਸਡੀਐਮ ਮੁਕੇਰੀਆਂ ਕਮਲਜੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਆਪਣੇ ਜਿਹੜੇ ਰਾਸ਼ਟਰਪਤੀ ਸਾਹਿਬ ਨੇ ਦ੍ਰੌਪਦੀ ਮੁਰਮੂ, she is the constitutional head of the state, that is one of the shining examples of political empowerment. Other than this, ਜਿਹੜਾ ਬਰੀਫ ਪੁਆਇੰਟ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹੈਗਾ, ਜਿਸ ਸਟੇਜ ਤੇ ਤੁਸੀਂ ਹੋ ਜਾਂ ਜਿਸ ਉਮਰ ਦੇ ਵਿੱਚ ਤੁਸੀਂ ਹੋ, for you access to knowledge is the best empowerment you can have at this stage of your life. So the more knowledge the kids have, or the more knowledge the girls have, there would be much more greater avenues and choices in your life. So since these days all of us, they have equal access to technology, so technology के through जिन्नी knowledge तुसी gain कर सकते हो, जिन्नी knowledge तुसी अपनी enhance कर सकते हो, उन्ने तुसी empowered हो। Knowledge can be through books, it can be through phone, it can be through anything. So if you have more knowledge in this world or at this time, the more empowered you would be. ਆਪਾਂ ਗਲੋਬਲੀ ਬਾਅਦ ਚੋਂ ਗੱਲਾਂ ਕਰੀਏ, ਆਪਣੇ ਆਪ ਨੂੰ ਸਸ਼ਕਤ ਕਰਨ ਲਈ ਖੁਦ ਦੇ ਰਾਈਟਸ ਨੂੰ ਸਮਝਣਾ, ਖੁਦ ਲਈ ਖੜੇ ਹੋਣਾ ਬਹੁਤ ਜ਼ਰੂਰੀ ਹੈ। ਪਹਿਲਾਂ ਆਪਾਂ ਉਸ ਵਿੱਚ ਕੀ ਕਰ ਸਕਦੇ ਹਾਂ, ਐਜੂਕੇਸ਼ਨ ਦੇ ਥਰੂ, ਜੋ ਇਹ ਕਾਲਜ ਬਹੁਤ ਅੱਛੇ ਤਰੀਕੇ ਨਾਲ ਇੱਥੇ ਐਸਟੈਬਲਿਸ਼ ਹੋ ਕੇ ਰੂਰਲ ਸਟੂਡੈਂਟਸ ਨੂੰ ਐਜੂਕੇਸ਼ਨ ਦੇ ਰਿਹਾ ਹੈ, ਉਹ ਐਜੂਕੇਸ਼ਨ ਵਿੱਚ ਅੱਛੇ ਤਰੀਕੇ ਨਾਲ ਡੈਡੀਕੇਸ਼ਨ ਨਾਲ ਪੜ੍ਹਨਾ। ਔਰ ਇੱਕ ਐਜੂਕੇਸ਼ਨ ਹੀ ਐਸਾ ਵੈਪਨ ਹੈ ਜਿਹੜਾ ਸਾਨੂੰ ਅੱਗੇ ਲੈ ਜਾ ਸਕਦਾ ਹੈ, ਐਮਪਾਵਰ ਕਰ ਸਕਦਾ ਹੈ, ਔਰ ਅਸੀਂ ਖੜੇ ਹੋ ਸਕਦੇ ਹਾਂ। ਫਾਈਨੈਂਸ਼ੀਅਲੀ ਇੰਡੀਪੈਂਡੈਂਟ ਆਪਾਂ ਥਰੂ ਐਜੂਕੇਸ਼ਨ ਹੀ ਹੋ ਸਕਦੇ ਹਾਂ। ਜਿੱਥੇ ਘਰ ਦੇ ਕਹਿੰਦੇ ਹੈ ਕਿ ਆਪਾਂ ਨਹੀਂ ਪੜ੍ਹਾਉਣਾ ਅੱਗੇ ਨੂੰ, ਉੱਥੇ ਆਪਣੇ ਲਈ ਲੜਨਾ ਜ਼ਰੂਰੀ ਹੈ, ਉੱਥੇ ਆਪਣੇ ਰਾਈਟ ਨੂੰ ਸਮਝਣਾ ਜ਼ਰੂਰੀ ਹੈ ਕਿ ਅਸੀਂ ਅੱਗੇ ਵਧਣਾ ਹੈ। ਆਪਾਂ ਇੱਕ ਕੋਸ਼ਿਸ਼ ਜ਼ਰੂਰ ਕਰੀਏ, ਚਾਹੇ ਉਹ ਛੋਟੀ ਕੋਸ਼ਿਸ਼ ਹੋਵੇ, ਚਾਹੇ ਉਹ ਵੱਡੀ ਕੋਸ਼ਿਸ਼ ਨਾ ਹੋਵੇ, ਕਿਸੇ ਵੀ ਬੱਚੇ ਲਈ ਜਿਹੜਾ ਪੜ੍ਹਨਾ ਚਾਹੇ, ਲੜਕੀ ਜਿਹੜੀ ਹੈ ਪੜ੍ਹਨੀ ਚਾਹਵੇ, ਉਹਨੂੰ ਆਪਾਂ ਪੜ੍ਹਾਈਏ। ਅਗਰ ਮੈਨੇਜਮੈਂਟ ਲਈ ਵੀ ਮੇਰੀ ਇਹੀ ਦਰਖਾਸਤ ਹੁੰਦੀ ਹੈ ਕਿ ਆਪਾਂ ਅਗਰ ਕੋਈ ਗਰਲ ਸਟੂਡੈਂਟ ਨਹੀਂ ਪੇ ਕਰ ਸਕਦੀ ਫਾਈਨੈਂਸ਼ਲੀ, ਆਪਾਂ ਉਹਦੇ ਲਈ ਮਦਦ ਕਰੀਏ। ਮੈਂ ਆਪਣੇ ਕਾਲਜ ਵਿੱਚ ਇਹ ਮੁਹਿੰਮ ਚਲਾਈ, ਜਿਹੜੀ ਕੋਈ ਐਸਾ ਰੂਲਰ ਉਹਨਾਂ ਦੇ ਸਾਰੇ ਡਾਕੂਮੈਂਟਸ ਚੈੱਕ ਕਰਕੇ ਜੈਨੂਅਨਲੀ ਨਹੀਂ ਫੀਸ ਪੇ ਕਰ ਪਾਇਆ, ਉਹਨਾਂ ਨੂੰ ਅਸੀਂ ਫੀਸ ਪੇ ਕਰਵਾਈ। ਤਾਂ ਇਹ ਛੋਟੇ ਛੋਟੇ ਜਿਹੜੇ ਕਦਮ ਹੈ ਇਹੀ ਅੱਗੇ ਲੈ ਕੇ ਜਾਣਗੇ, ਔਰ ਇਹ ਛੋਟੀ ਛੋਟੀ ਕੋਸ਼ਿਸ਼ ਸਾਡੀ ਐਮਪਾਵਰਮੈਂਟ ਲਈ ਇੱਕ ਇੱਕ ਕਦਮ ਹੋਏਗਾ। ਅਸੀਂ ਸਾਰੇ ਅਗਰ ਮਿਲ ਕੇ ਇੱਕ ਇੱਕ ਕਦਮ ਅੱਗੇ ਵਧਾਈਏ ਤਾਂ ਜ਼ਰੂਰ ਅਸੀਂ ਉਸ ਮੁਕਾਮ ਤੇ ਪਹੁੰਚਾਂਗੇ ਜਿੱਥੇ ਆਪਾਂ ਪਹੁੰਚਣਾ ਚਾਹੁੰਦੇ ਹਾਂ। ਹਰ ਪਰਿਵਾਰ ਦੀ ਇਕਨੋਮਿਕਲ ਸਿਚੁਏਸ਼ਨ, ਫੈਮਿਲੀ ਸਿਚੁਏਸ਼ਨ ਅਲੱਗ-ਅਲੱਗ ਹੁੰਦੀ ਆ, ਜਿਸ ਕਰਕੇ ਕਿ ਲੜਕੀਆਂ ਨੂੰ ਲਾਈਫ 'ਚ ਆਪਣੀ ਜ਼ਿੰਦਗੀ ਨਾਲ ਸੈਕਰੀਫਾਈਸ ਕਰਕੇ ਆਪਣੇ ਪਰਿਵਾਰ ਦੇ ਲਈ ਬਹੁਤ ਕੁਝ ਕਰਨਾ ਪੈਂਦਾ, ਔਰ ਸਭ ਤੋਂ ਪਹਿਲਾਂ ਲੜਕੀ ਆਪਣੀ ਲਾਈਫ ਨੂੰ ਸੈਕਰੀਫਾਈਸ ਕਰਦੀ ਹੈ, ਜੋ ਇੱਕ ਬਹੁਤ ਮਾੜੀ ਗੱਲ ਹੈ। ਕਿਸੇ ਨੂੰ ਆਪਣੀ ਲਾਈਫ ਨੂੰ ਸੈਕਰੀਫਾਈਸ ਨਹੀਂ ਕਰਨਾ ਚਾਹੀਦਾ। ਫੈਮਿਲੀ ਸਿਚੁਏਸ਼ਨ ਦੇਖਦੇ ਹੋਏ, ਆਪਣੀ ਕੈਪੇਬਿਲਿਟੀ ਨੂੰ ਮੁੱਖ ਰੱਖਦੇ ਹੋਏ, ਦੇਰ ਆਰ ਫਾਈਨੈਂਸ਼ੀਅਲ ਇੰਸਟੀਟਿਊਟਸ, ਦੇਰ ਆਰ ਸੋ ਮੈਨੀ ਅਦਰ ਆਰਗੇਨਾਈਜੇਸ਼ਨ ਜਿਹੜੀਆਂ ਕਿ ਮਦਦ ਕਰਦੀਆਂ, ਉਹ ਤੋਂ ਆਪਾਂ ਫਾਈਨੈਂਸ਼ੀਅਲ ਹੈਲਪ ਲੈ ਸਕਦੇ ਹਾਂ। ਬਟ ਬੱਚਿਓ, मेरी एक ही रिक्वेस्ट है, ज़िंदगी अपने सपने ना मारें। जो बच्चे की कैपेबिलिटी है, कैलिपर है, उस हिसाब से उसको स्टडी करने का मौका देना चाहिए। सिर्फ आज के टाइम में ग्रेजुएट होना इज़ नॉट मैंडेटरी और नेसेसरी। बच्चे को अपने लिए खुद का फ्यूचर ढूंढने का राइट है, उसको ढूंढना चाहिए, उसको आगे बढ़ना चाहिए। एल्बर्ट आइंस्टाइन दी है, उन्होंने की क्या है कि ਉਹ ਲੇਡੀ ਜਿਹੜੀ ਸਾਰੀ ਭੀੜ ਦੇ ਨਾਲ ਚੱਲਦੀ ਹੈ,
ਕਦੀ ਵੀ ਉਸ ਮੁਕਾਮ ਤੱਕ ਨਹੀਂ ਪਹੁੰਚਦੀ ਜਿਸ ਮੁਕਾਮ ਤੱਕ ਉਹਨੂੰ ਹੋਣਾ ਚਾਹੀਦਾ ਹੈ। ਪਰ ਜੇਕਰ ਤੁਸੀਂ ਇਕੱਲੇ ਚੱਲੋਗੇ, ਇੱਕ ਲੇਡੀ ਇਕੱਲੀ ਆਪਣਾ ਰਸਤਾ ਤੈਅ ਕਰਦੀ ਆ, ਉਹ ਉਸ ਮੁਕਾਮ ਤੱਕ ਪਹੁੰਚਦੀ ਹੈ ਜਿਸ ਮੁਕਾਮ ਤੱਕ ਕੋਈ ਪਹੁੰਚ ਨਹੀਂ ਸਕਦਾ। ਔਰ ਸਪੈਸ਼ਲੀ ਤੁਹਾਨੂੰ ਪਤਾ ਹੈ, ਮੈਂ ਬੀਇੰਗ ਐਜ਼ ਇਕਨੋਮਿਕਸ ਟੀਚਰ, ਮੈਂ ਥੋੜ੍ਹਾ ਜਿਹਾ ਇੱਥੇ ਡਾਟਾ ਸ਼ੇਅਰ ਕਰੂੰਗੀ। ਵੀ ਆਲ ਨੋ ਸਾਡਾ ਜਿਹੜਾ ਇੰਡੀਆ ਦਾ ਮੇਨ ਓਕੂਪੇਸ਼ਨ ਕੀ ਹੈਗਾ, ਐਗਰੀਕਲਚਰ ਮੇਨ ਓਕੂਪੇਸ਼ਨ ਹੈ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ 80% ਜਿਹੜੀਆਂ ਰੂਰਲ ਵੀਮਨਸ ਆ, ਦੇ ਆਰ ਐਮਪਲਾਈਡ ਇਨ ਐਗਰੀਕਲਚਰ, ਪਰ ਇਹਦੇ ਬਾਵਜੂਦ ਵੀ ਸਾਡੇ ਇੰਡੀਆ 'ਚ ਇੰਨੀ ਜ਼ਿਆਦਾ ਪਾਵਰਟੀ ਆ, ਅਨਇੰਪਲਾਇਮੈਂਟ ਆ, ਹੰਗਰ ਆ। ਔਰ ਜਿਹੜਾ ਅਸੀਂ ਰੱਖਿਆ ਸੀ ਸੈਲਫ ਸਸਟੇਨਮੈਂਟ ਗਰੋਥ 2030 ਦਾ, ਉਹ ਅਸੀਂ ਕਿਵੇਂ ਉਹਨੂੰ ਅਚੀਵ ਕਰ ਸਕਦੇ ਆ? ਓਨਲੀ ਥਰੂ ਦੀਜ਼ ਰੂਰਲ ਵੀਮਨਸ। ਔਰ ਅਸੀਂ ਕਿਵੇਂ ਅਚੀਵ ਕਰ ਸਕਦੇ ਆ? ਜੇਕਰ ਅਸੀਂ ਉਹਨਾਂ ਨੂੰ ਬੈਟਰ ਇਨਫਰਾਸਟਰਕਚਰ ਫੈਸਿਲਿਟੀਜ਼ ਪ੍ਰੋਵਾਈਡ ਕਰੀਏ, ਜੇਕਰ ਅਸੀਂ ਉਹਨਾਂ ਨੂੰ ਬੈਟਰ ਹਰ ਪ੍ਰਕਾਰ ਦੀ ਫੈਸਿਲਿਟੀਜ਼ ਪ੍ਰੋਵਾਈਡ ਕਰੀਏ, ਤਾਂ ਕਿ ਜੇਕਰ ਸਾਡੀ ਰੂਰਲ ਏਰੀਆ ਦੀ, ਜੇਕਰ ਸਾਡੀ ਐਗਰੀਕਲਚਰ ਦੀ ਗਰੋਥ ਹੋਵੇਗੀ, ਨੋ ਡਾਊਟ ਇੰਡੀਆ ਬਹੁਤ ਜ਼ਿਆਦਾ ਤਰੱਕੀ ਕਰੇਗਾ। ਡੀਸੀ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਅੰਦਰ ਗੋਲ ਸੈਟਿੰਗ ਤੇ ਜ਼ੋਰ ਦਿੱਤਾ ਤੇ ਮੰਜ਼ਿਲ ਵੱਲ ਨਿਰੰਤਰ ਵਧਦੇ ਰਹਿਣ ਦੀ ਗੱਲ ਕਹੀ। Women empowerment is not about hating men, मतलब ये बड़ा गलत फहमी है कि ਅਸੀਂ ਕਹਿੰਦੇ ਹਾਂ ਕਿ women empowerment ਕਰਕੇ ਅਸੀਂ ਸ਼ਾयद men ਦੇ ਹੱਕ ਛੀਨਣ ਦੀ ਗੱਲ ਕਰ ਰਹੇ ਹਾਂ ਜਾਂ ਉਹਨਾਂ ਨਾਲ ਨਫ਼ਰਤ ਕਰ ਰਹੇ ਹਾਂ। It's not about that. Women empowerment is about ਕਿ ਤੁਸੀਂ ਦੋਨੋਂ ਜੋ sections of the society ਨੇ, ਮੇਲ ਤੇ ਫੀਮੇਲ, ਦੋਨੋਂ ਨੂੰ ਬਰਾਬਰ ਦੇ ਰਾਈਟਸ ਅਵੇਲੇਬਲ ਹੈ, दोनों के कोल बराबर का प्लेटफॉर्म एक अवेलेबल है। जो मैं करना चाहूँगी मैं कर सकते हैं, जो मेरा मेल काउंटर पार्ट करना चाहूँगा वो कर सकता है। बच्चों कुछ एक चीज़ें मैं आपको कहना चाहती हूँ। सबसे पहले देखो, आप सभी एक प्रोफेशनल कोर्स कर रहे हो, आप सब कॉलेज के स्टूडेंट्स हो, कोई बीबी कर रहे हैं, कोई बीकॉम कर रहे हैं, कोई बीसी कर रहे हैं। मैं प्रिंसिपल मैम से ही पूछ रही किस तरह के बच्चे हमारे पास, सब लोग एक प्रोफेशनल कोर्स कर रहे हैं। मैं अपनी जर्नी बताती हूँ। मैंने स्कूलिंग के बाद मैंने बीकॉम किया है, फिर मैंने एमबीए करा है। पर मैं बहुत सच्चाई के साथ बोल रही हूँ, जब मैं बीकॉम कर रही थी मुझे कोई आइडिया नहीं था मैंने अपनी ज़िंदगी में लाइफ में आगे क्या करना है। शायद माइंडसेट ये था शादी कर लेनी है, देखेंगे एक नौकरी, छोटी मोटी कोई प्राइवेट नौकरी कर लेंगे, टीचर बन जाएंगे। कोई बोलते हैं ना जो टारगेट है, अगर टीचर भी बनना था तो ये नहीं कि हाँ टीचर बनने के लिए कोई मेहनत कर रही है, कोशिश कर रही हो, वो माइंडसेट नहीं था बिल्कुल भी। मैंने बीकॉम के बाद सोचा नहीं अभी तो आगे पढ़ना है, अभी इन चक्रों में नहीं पढ़ना, शादी कर ले। मैंने एमबीए में एडमिशन ले लिया। आई वॉज गुड थ्रू आउट माई स्टडीज, अकेडमिकली आई वॉज वेरी गुड, टॉप भी कर रहा है, स्कॉलरशिप भी बहुत मिली है, पर एक टारगेट जो होता है कि करना क्या है वो नहीं डिसाइड किया था। तो सबसे पहली चीज अपना प्लीज करियर जरूर डिसाइड कर लो। इकोनॉमिक और फाइनेंशियली इंडिपेंडेंट होना बहुत जरूरी है। वो टाइम चले गए जब घर के जेंट्स कमाकर लाकर देते थे और हम खाते थे। अब आप लोगों ने खुद अपने लिए कमाना है ताकि आगे आने वाली जनरेशन को भी हम वो सिखा सकें। तो कभी भी लाइफ में फाइनेंशियली किसी के ऊपर डिपेंडेंट मत होना। सेकेंड जो मैं आपसे बात करना चाहती हूँ वो है कि हम सोसाइटी को क्या कंट्रीब्यूट कर रहे हैं। हमें आज की डेट में भी देखो, हमारे देश को आज़ाद हुए कितने साल हो चुके हैं, उसके बाद भी हमें वुमेन एम्पावरमेंट जैसी बातें करनी पड़ रही हैं। इसका सीधा सा मतलब है कहीं ना कहीं जो हमारे पूर्वज, जो हमारे बड़े बुजुर्ग रहे हैं, उनका सोसाइटी को कंट्रीब्यूशन कम रहा है। मैं मतलब यहाँ बहुत रिस्पेक्टेड एल्डर्स भी बैठे हैं, तो भी मैं कहना चाहूँगी हमने ऐसी सोसाइटी नहीं छोड़नी अपने बच्चों के लिए, आने वाली जनरेशन के लिए। हमें एक ऐसा समाज तैयार करना है जिसमें हमें इस तरह की बातें करने की जरूरत ना पड़े कि वुमेन एम्पावरमेंट क्या होता है, लड़कियों के क्या राइट्स होते हैं। हम वो समाज हमें देना है। आज मैं अगर यहाँ पर खड़ी हूँ, मैं इसलिए खड़ी हूँ कि शायद मेरे पापा, मेरी मम्मी या उनके पेरेंट्स को बहुत अच्छी किसी ने परवरिश दी थी कि उन्होंने हमें ये मौका दिया। उन्होंने कभी डिफरेंशिएट नहीं किया मेरे ब्रदर में, मेरी सिस्टर में या मुझे। बाकी तो सारी दूर दी गल है, एक गर्ल के बीच इतना डिस्क्रिमिनेशन शुरू हो जाता है।
ਅਸੀਂ ਰਿਜ਼ਰਵੇਸ਼ਨ ਦੀ ਗੱਲ ਕਰਦੇ ਹਾਂ, ਪੋਲਿਟਿਕਸ ਵਿੱਚ ਰਿਜ਼ਰਵੇਸ਼ਨ ਦੋ, ਆਪਣੇ ਸਰਪੰਚ ਕਿਤਨੀ ਫੀਮੇਲ ਨੇ ਜਾਂ ਫਿਰ ਐਮਐਲਏ ਕਿਤਨੇ ਫੀਮੇਲ ਨੇ, ਰਿਜ਼ਰਵੇਸ਼ਨ ਕਿਸੇ ਨੂੰ ਦੇਣੀ ਹੈ ਤਾਂ ਵੂਮ ਦੇ ਵਿੱਚ ਦੋ, ਗਰਭ ਦੇ ਵਿੱਚ ਦੋ, ਉੱਥੇ डिस्क्रिमिनेशन शुरू हो जाता है, बेटा चाहिए। तो डिस्क्रिमिनेशन की कोई लिमिट नहीं है, बहुत डिस्क्रिमिनेशन है, पर हमने इसके खिलाफ लड़ाई करनी है और हमें ये फील कराना है कि आपकी डिस्क्रिमिनेशन का कोई मतलब नहीं है। ऐसा कोई काम नहीं है जो लड़के कर सकते हैं लड़कियां नहीं कर सकती, कोई भी काम नहीं। आप सोच के देख लो कि ये काम सिर्फ लड़कों का है, मेरे हिसाब से कोई ऐसा काम समझ में नहीं आएगा कि ये काम सिर्फ लड़के कर सकते हैं। ਇਸ ਮੌਕੇ ਆਏ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ। बच्चों, आज जिस तरह जितने भी विमेन रिसोर्स पर्सन या सर नवीन ਤੁਹਾਡੇ सामने सन्मुख ਹੋਏ, ਉਹਨਾਂ ਨੇ ਆਪਣੇ ਜ਼ਿੰਦਗੀ ਦੇ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ। ਇਹ ਸਾਰਾ ਉਪਰਾਲਾ ਤੁਹਾਡੇ ਬੱਚਿਆਂ ਦੇ ਲਈ ਹੀ ਹੈ ਕਿ ਜੇਕਰ ਤੁਹਾਡੇ ਵਿੱਚੋਂ ਕੁਝ ਬੱਚੇ ਵੀ ਸਮਝ ਜਾਂਦੇ ਆ, ਤੁਸੀਂ ਇੰਪਾਵਰ ਹੋ ਜਾਂਦੇ ਹੋ, ਤੇ ਤੁਹਾਡੇ ਨਾਲ ਤੁਹਾਡੇ ਪਰਿਵਾਰ ਦੀਆਂ ਹੋਰ ਲੜਕੀਆਂ ਇੰਪਾਵਰ ਹੋਣਗੀਆਂ। इस तरह एक तो चलता होया एक लंबा काफिला बन जाऊगा, एक बड़ा जो बहता दरिया सामने होगा तो उस दरिया उस हर फिर रोकने की शक्ति किसी को नहीं होगी। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਸਾਡੀ ਟੀਮ ਨਾਲ ਇਸ ਆਯੋਜਨ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ A4C NGO ਵੱਲੋਂ ਸੁਸਾਇਟੀ ਵੱਲੋਂ ਇੱਕ ਬਹੁਤ ਹੀ ਅੱਛਾ ਸੈਮੀਨਾਰ ਦਸ਼ਮੇਸ਼ ਗਰਲਸ ਕਾਲਜ ਮੁਕੇਰੀਆਂ ਦੇ ਵਿੱਚ ਕਰਾਇਆ ਗਿਆ ਹੈ। ਇਸ ਸੈਮੀਨਾਰ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਨੇ ਵਿਮਨ ਇੰਪਾਵਰਮੈਂਟ ਦੇ ਉੱਪਰ ਗੱਲਾਂ ਦੱਸੀਆਂ ਨੇ। ਦਸ਼ਮੇਸ਼ ਗਰਲਸ ਕਾਲਜ ਦੀ ਹੀ ਜੋ ਬੱਚੀਆਂ ਨੇ ਉਹ ਇਸ ਸੈਮੀਨਾਰਸ ਦੇ ਵਿੱਚ ਪਾਰਟਿਸਿਪੈਂਟ ਸੀਗੀਆਂ। ਇੱਕ ਬਹੁਤ ਅੱਛੀ ਇੰਟਰੈਕਸ਼ਨ ਬੱਚਿਆਂ ਨਾਲ ਹੋਈ ਹੈ, ਜਿੱਥੇ ਅਸੀਂ ਬੱਚਿਆਂ ਨੂੰ ਗਾਈਡ ਕੀਤਾ ਹੈ ਕਿ ਤੁਸੀਂ ਕਿਸ ਤਰ੍ਹਾਂ ਆਪਣਾ ਫਿਊਚਰ ਅੱਗੇ ਬਣਾ ਸਕਦੇ ਹੋ ਤੇ ਵਿਮਨ ਇੰਪਾਵਰਮੈਂਟ ਦਾ ਸਹੀ ਅਰਥ ਕੀ ਹੁੰਦਾ ਹੈ, ਕਿਸ ਤਰ੍ਹਾਂ ਅਸੀਂ ਵਿਮਨ ਨੂੰ ਇੰਪਾਵਰ ਕਰ ਸਕਦੇ ਹਾਂ। ਬਹੁਤ ਅੱਛਾ ਰਿਸਪੌਂਸ ਸਾਨੂੰ ਬੱਚਿਆਂ ਵੱਲੋਂ ਮਿਲਾ ਤੇ ਨਾਲ ਹੀ ਕਾਲਜ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਬਹੁਤ ਅੱਛਾ ਸਪੋਰਟ ਦਿੱਤਾ ਗਿਆ। ਮੈਂ A4C ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇਸ ਤਰ੍ਹਾਂ ਦਾ ਸੈਮੀਨਾਰ ਆਰਗੇਨਾਈਜ਼ ਕਰਨ ਦੇ ਲਈ, ਕਿਉਂਕਿ ਇਹੋ ਜਿਹੇ ਸੈਮੀਨਾਰਸ ਦੇ ਨਾਲ ਹੀ ਗੱਲਬਾਤ ਦੇ ਨਾਲ ਡਾਇਲੌਗ ਦੇ ਨਾਲ ਹੀ ਅਸੀਂ ਇਹ ਇਨਸ਼ੋਰ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਮੈਸੇਜ ਸਾਰੀ ਥਾਵਾਂ ਤੱਕ ਪਹੁੰਚਣ। ਇਸ ਪ੍ਰਕਾਰ ਇਹ ਆਯੋਜਨ ਆਪਣੇ ਆਪ ਵਿੱਚ ਬਹੁਤ ਹੀ ਸਾਰਥਕ ਹੋ ਨਿਬੜਿਆ।